ਅੱਜ ਜਦੋਂ ਰੇਪਿਸਟਾਂ ਨੂੰ ਰਿਹਾ ਕੀਤਾ ਜਾਂਦਾ ਤੁਸੀਂ ਸੇਫ ਮਹਿਸੂਸ ਕਰਦੇ ਹੋ? ਇਹ ਇੱਕ ਬਹੁਤ ਵੱਡਾ ਥੱਪੜ ਦਿੱਤਾ ਗਿਆ ਹੈ ਔਰਤਾਂ ਨੂੰ। ਉਹਦੇ ਢਿੱਡ 'ਚ ਇੱਕ ਬੱਚੇ ਨੂੰ ਵੀ ਮਾਰਿਆ ਜਾਂਦਾ, ਉਹਦੇ ਨਾਲ ਰੇਪ ਕੀਤਾ ਜਾਂਦਾ, ਉਹਦੇ ਅੱਖਾਂ ਦੇ ਸਾਹਮਣੇ ਉਹਦੀ ਮਾਂ ਦਾ ਰੇਪ ਹੁੰਦਾ, ਉਹਦੀ ਮਾਂ ਦੇ ਸਾਹਮਣੇ ਉਹਦਾ ਰੇਪ ਹੁੰਦਾ। ਇਹ ਤੋਂ ਵੱਡੀ ਵਿਡੰਬਨਾ ਇਸ ਦੇਸ਼ ਦੀ ਕੀ ਹੋ ਸਕਦੀ ਆ? ਵੈਲਕਮ ਟੂ ਇੰਡੀਆ, ਵੈਲਕਮ ਟੂ ਦ ਨਿਊ ਏਜ, ਵੈਲਕਮ ਟੂ ਦ ਨਿਊ ਐਰਾ। ਕੀ ਬੋਲੀਏ? ਜੇ ਸੁਣਵਾਈ ਨਹੀਂ ਤਾਂ ਬੋਲਣ ਦਾ ਫਾਇਦਾ ਵੀ ਕੋਈ ਨਹੀਂ, ਪਰ ਰਿਹਾ ਵੀ ਨਹੀਂ ਜਾਂਦਾ। ਜੇ ਅਸੀਂ ਇੱਥੇ ਜਿੰਨੀ ਰੱਬ ਨੇ ਦਿੱਤੀ ਉਹ ਕੱਟਣੀ ਤਾਂ ਹੈ, ਉਹ ਇੰਨੇ ਵੀ ਮਰ ਕੇ ਨਹੀਂ ਜੀ ਸਕਦੇ। ਇਹ ਗੱਲ ਬੁਰੀ ਤਾਂ ਹੈ ਹੀ ਕਿ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਦੇ ਸੈਂਟੈਂਸ ਤੋਂ ਪਹਿਲਾਂ, ਪਰ ਇਹ ਗੱਲ ਜ਼ਿਆਦਾ ਬੁਰੀ ਆ ਕਿ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਆ ਕਿ ਉਹਨਾਂ ਨੂੰ ਹਾਰ ਪਹਿਨਾਏ ਗਏ ਅਤੇ ਸਵੀਟਸ ਦਿੱਤੀਆਂ ਗਈਆਂ। ਇਹ ਜ਼ਿਆਦਾ ਬੁਰੀ ਗੱਲ ਲੱਗੀ ਮੈਨੂੰ। ਤਾਂ ਜਦੋਂ ਸਾਨੂੰ ਆਜ਼ਾਦੀ ਮਿਲੀ ਸੀ, ਅਸੀਂ ਕਿੱਦਾਂ ਦੀ ਆਜ਼ਾਦੀ ਲਈ ਸੀ ਉਸ ਵੇਲੇ? ਸੋਚਣ ਵਾਲੀ ਗੱਲ ਹੈ। ਦੋਸਤੋ, ਬਿਲਕਿਸ ਬਾਨੋ ਰੇਪ ਕੇਸ ਆ ਜਿਹੜਾ ਉਹ ਪੰਜਾਬ ਤੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਕਾਫੀ ਉਗੜਿਆ, ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 15 ਅਗਸਤ ਨੂੰ ਉਹਨਾਂ ਸਾਰੇ ਦੋਸ਼ੀਆਂ ਨੂੰ ਰਿਹਾ ਕੀਤਾ ਗਿਆ ਜਿਨ੍ਹਾਂ ਨੇ ਬਿਲਕਿਸ ਬਾਨੋ ਨਾਲ ਸਮੂਹਿਕ ਰੇਪ ਕੀਤਾ ਔਰ ਉਹਦੇ ਪਰਿਵਾਰ ਦੇ 7 ਮੈਂਬਰਾਂ ਸਮੇਤ ਉਹਦੀ 3 ਸਾਲ ਦੀ ਧੀ ਵੀ ਉਹਨਾਂ ਵਿੱਚ ਸ਼ਾਮਲ ਸੀ, ਉਹਨਾਂ ਨੂੰ ਵੀ ਕਤਲ ਕੀਤਾ। ਇਹ ਤੋਂ ਬਿਨਾਂ 17 ਹੋਰ ਵਿਅਕਤੀਆਂ ਨੂੰ ਉਹਦੇ ਅੱਖਾਂ ਸਾਹਮਣੇ ਕਤਲ ਕੀਤਾ ਔਰ ਕਤਲ ਕਰਨ ਤੋਂ ਬਾਅਦ ਉੱਥੇ ਅਧਮਰਿਆ ਕਰਕੇ ਛੱਡ ਗਏ। ਉਸ ਤੋਂ ਬਾਅਦ ਉਹ ਔਰਤ ਕੱਲੀ ਇਸ ਜ਼ੁਲਮ ਦੇ ਖਿਲਾਫ ਖੜੀ ਹੋਈ। ਲੰਮੀ ਇੱਕ ਕਾਨੂੰਨੀ ਚਾਰਾਜੋਈ ਤੋਂ ਬਾਅਦ ਉਹਨੂੰ ਨਿਆਇਕ ਜਿੱਤ ਹਾਸਲ ਹੋਈ ਸੀ, ਉਹ ਦੋਸ਼ੀਆਂ ਨੂੰ ਸਜ਼ਾ ਹੋਈ ਸੀ। ਪਰ ਉਹ ਦੋਸ਼ੀ ਆ ਜਿਹੜੇ ਉਹ 15 ਅਗਸਤ ਨੂੰ ਨਰਿੰਦਰ ਮੋਦੀ ਸਾਹਿਬ ਉਹਨਾਂ ਨੂੰ ਰਿਹਾ ਕਰ ਦਿੰਦੇ ਆ। ਹਾਲਾਂਕਿ ਸਵੇਰੇ ਔਰਤ ਸ਼ਕਤੀ ਦੀ, ਨਾਰੀ ਸ਼ਕਤੀ ਦੀ ਗੱਲ ਕੀਤੀ ਜਾਂਦੀ ਹੈ ਤੇ ਬੇਟੀ ਪੜ੍ਹਾਓ ਬੇਟੀ ਬਚਾਓ ਦੇ ਨਾਅਰੇ ਵੀ ਲਾਏ ਜਾਂਦੇ ਨੇ, ਪਰ ਉਸੇ ਦਿਨ ਦੋਸ਼ੀਆਂ ਨੂੰ, ਰੇਪਿਸਟਾਂ ਨੂੰ ਰਿਹਾ ਕੀਤਾ ਜਾਂਦਾ ਔਰ ਉਹਦੇ ਖਿਲਾਫ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਆਵਾਜ਼ ਉੱਠ ਰਹੀ ਆ। ਅੱਜ ਅਸੀਂ ਖੜੇ ਆ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ 17 ਸੈਕਟਰ ਦੇ ਵਿੱਚ ਜਿਹੜਾ ਲੋਕ ਪ੍ਰੋਟੈਸਟ ਕਰ ਰਹੇ ਆ ਤੇ ਆਪਾਂ ਗੱਲ ਕਰਾਂਗੇ ਕਿ ਬਹੁਤ ਸਾਰੇ ਜਿਹੜੇ ਸ਼ਹਿਰੀ ਲੋਕ ਨੇ, ਸਕੂਲਾਂ ਦੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਪ੍ਰੋਟੈਸਟ ਕਰਨ ਦੇ ਵਿੱਚ, ਕੀ ਲੱਗਦਾ ਕਿ ਅੱਜ 21ਵੀਂ ਸਦੀ ਚੱਲ ਰਹੀ ਆ, ਲੋਕਤੰਤਰ ਦੀਆਂ ਗੱਲਾਂ ਹੋ ਰਹੀਆਂ ਨੇ, ਉਸ ਲੋਕਤੰਤਰ ਦੇ ਵਿੱਚ ਅੱਜ ਜਦੋਂ ਰੇਪਿਸਟਾਂ ਨੂੰ ਰਿਹਾ ਕੀਤਾ ਜਾਂਦਾ ਤੁਸੀਂ ਸੇਫ ਮਹਿਸੂਸ ਕਰਦੇ ਹੋ? ਜੀ, ਇਹ ਗੱਲ ਸਿਰਫ ਸੇਫਟੀ ਦੀ ਨਹੀਂ ਆ, ਇਹ ਇੱਕ ਬਹੁਤ ਵੱਡਾ ਥੱਪੜ ਦਿੱਤਾ ਗਿਆ ਹੈ ਔਰਤਾਂ ਨੂੰ। ਉਹਨਾਂ ਦੇ 75 ਇਅਰਸ ਆਫ ਇੰਡੀਪੈਂਡੈਂਸ, ਘਰ ਘਰ ਤਿਰੰਗਾ ਤੁਸੀਂ ਕਿਹਾ ਕਿ ਅਸੀਂ ਐਵਰੀਬਾਡੀ ਜੀ ਤਿਰੰਗਾ ਲਾਓ, ਸੈਲਫੀ ਪਾਓ ਨਾਲ ਜੀ। ਤੁਸੀਂ ਉਹਦੀ ਸੈਲੀਬ੍ਰੇਸ਼ਨ ਕੀਤੀ ਸੀ ਵਿਚ ਵਾਜ਼ ਅ ਵੰਡਰਫੁਲ ਆਈਡੀਆ, ਬਟ ਐਟ ਦ ਸੇਮ ਟਾਈਮ ਤੁਸੀਂ ਉਹਨਾਂ 11 ਰੇਪਿਸਟ ਨੂੰ ਰਿਹਾ ਕੀਤਾ। ਇੱਕ ਤਰ੍ਹਾਂ ਨਾਲ ਤੁਸੀਂ ਔਰਤਾਂ ਨੂੰ ਕਿਹਾ ਕਿ ਯੂ ਡੋਂਟ ਹੈਵ ਅ ਪਲੇਸ ਇਨ ਦਿਸ ਕੰਟਰੀ। 75 ਇਅਰਸ ਰੇਪ ਐਗਜ਼ਿਸਟ। ਸਾਡੇ ਇਹ ਕੁਐਸਚਨ ਮਾਰਕ ਇੱਕ ਔਰਤ 'ਤੇ ਨਹੀਂ ਆ, ਇਹ ਕੁਐਸਚਨ ਮਾਰਕ ਇੱਕ ਬੰਦੇ 'ਤੇ ਆ, ਇੱਕ ਆਦਮੀ 'ਤੇ ਆ ਇਸ ਦੇਸ਼ ਦੇ, ਕਿ ਸਾਡੇ ਦੇਸ਼ ਦੇ ਵਿੱਚ ਕਿੱਦਾਂ ਦੇ ਆਦਮੀ ਰਹਿੰਦੇ ਨੇ ਜਿਨ੍ਹਾਂ ਦੀਆਂ ਹਰਕਤਾਂ, ਜਿਨ੍ਹਾਂ ਦੇ ਕਿਰਦਾਰ ਇੰਨੇ ਕਮਜ਼ੋਰ ਆ ਕਿ ਉਹ ਇੱਕ 19 ਸਾਲ ਦੀ ਬੱਚੇ ਦੀ, ਆਈ ਵਿਲ ਕਾਲ ਹਰ ਚਾਈਲਡ, 19 ਈਅਰ ਓਲਡ ਚਾਈਲਡ, ਜਿਹਦੇ ਇੱਕ ਬੱਚੇ ਨੂੰ ਮਾਰਿਆ ਜਾਂਦਾ ਹੈ, ਉਹਦੇ ਢਿੱਡ 'ਚ ਇੱਕ ਬੱਚੇ ਨੂੰ ਵੀ ਮਾਰਿਆ ਜਾਂਦਾ, ਉਹਦੇ ਨਾਲ ਰੇਪ ਕੀਤਾ ਜਾਂਦਾ, ਉਹਦੇ ਅੱਖਾਂ ਦੇ ਸਾਹਮਣੇ ਉਹਦੀ ਮਾਂ ਦਾ ਰੇਪ ਹੁੰਦਾ, ਉਹਦੀ ਮਾਂ ਦੇ ਸਾਹਮਣੇ ਉਹਦਾ ਰੇਪ ਹੁੰਦਾ। ਇਹ ਤੋਂ ਵੱਡੀ ਵਿਡੰਬਨਾ ਇਸ ਦੇਸ਼ ਦੀ ਕੀ ਹੋ ਸਕਦੀ ਆ? ਵੈਲਕਮ ਟੂ ਇੰਡੀਆ, ਵੈਲਕਮ ਟੂ ਦ ਨਿਊ ਏਜ, ਵੈਲਕਮ ਟੂ ਦ ਨਿਊ ਐਰਾ। ਬੜੀ ਭਾਵੁਕ ਗੱਲ ਹੈ। ਬਾਕੀ ਇਹ ਗੱਲ ਸੋਚਣ ਵਾਲੀ ਹੈ ਕਿ ਜਿਹਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ, ਜੇ ਉਸ ਡੈਮੋਕ੍ਰੇਸੀ ਦੇ ਵਿੱਚ ਇਹ ਕੁਝ ਹੋ ਰਿਹਾ ਤਾਂ ਅਸੀਂ ਡੈਮੋਕ੍ਰੇਸੀ ਦੇ ਅਰਥਾਂ ਨੂੰ ਕੀ ਸਮਝਾਂਗੇ, ਕੀ ਕਹਾਂਗੇ ਵੀ ਡੈਮੋਕ੍ਰੇਸੀ ਕੀ ਹੁੰਦੀ ਹੈ, ਜਿਸ ਦੇ ਵਿੱਚ ਇੱਕ ਔਰਤ ਦੇ ਪਿਓ ਦੇ ਸਾਹਮਣੇ ਉਹਦੇ ਨਾਲ ਰੇਪ ਕੀਤਾ ਜਾਂਦਾ, ਉਸ ਤੋਂ ਬਾਅਦ ਉਹਦੇ ਪਿਓ ਨੂੰ ਕਤਲ ਕਰ ਦਿੱਤਾ ਜਾਂਦਾ। ਕਿਹੋ ਜਿਹੀ ਮਾਨਸਿਕ ਹਿੰਸਾ ਹੰਢਾਈ ਹੋਣੀ ਆ ਉਸ ਔਰਤ ਨੇ ਔਰ ਕਿੱਦਾਂ ਦੀ ਮਾਨਸਿਕ ਹਿੰਸਾ ਅੱਜ ਹੰਢਾ ਰਹੀ ਹੋਣੀ ਆ ਜਦੋਂ ਉਹਨਾਂ ਦੋਸ਼ੀਆਂ ਨੂੰ ਰਿਹਾ ਕੀਤਾ ਗਿਆ। ਬਾਕੀ ਦੁਖਦਾਈ ਆ। ਹਾਂ ਬੱਚੇ, ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਘਟਨਾਵਾਂ ਨੂੰ? ਇਹ ਤਾਂ ਬਸ ਇਹੀ ਕਹਿ ਸਕਦੇ ਹਾਂ ਕਿ ਬੜੀ ਦੁੱਖ ਭਰੀ ਘਟਨਾ ਹੋਈ ਹੈ ਅਤੇ ਦ ਪੇਨ ਦੈਟ ਸ਼ੀ ਇਜ਼ ਗੋਇੰਗ ਥਰੂ ਇਜ਼ ਇਮੈਜਰੇਬਲ। ਅਤੇ ਮੈਨੂੰ ਨਹੀਂ ਲੱਗਦਾ ਕਿ ਅਗਰ ਆਪਾਂ ਹੁਣ ਆਵਾਜ਼ ਨਹੀਂ ਚੱਕਾਂਗੇ ਤਾਂ ਫਿਰ ਹੋਰ ਵੀ ਆਪਣੀ ਭੈਣਾਂ ਧੀਆਂ ਦੇ ਨਾਲ ਇਹੀ ਹੋਊਗਾ। ਥੈਂਕ ਯੂ। ਸਹੀ ਆ, ਆਵਾਜ਼ ਚੱਕਣ ਦੀ ਗੱਲ ਕੀਤੀ ਹੈ ਉਹਨਾਂ ਨੇ
ਕਿ ਆਵਾਜ਼ ਚੱਕਣੀ ਜ਼ਰੂਰੀ ਹੈ। ਜੇ ਅੱਜ ਨਾ ਬੋਲੇ ਤਾਂ ਕਦੋਂ ਬੋਲਾਂਗੇ? ਜਦੋਂ ਪਾਣੀ ਜਿਹਨੂੰ ਕਹਿੰਦੇ ਆ ਵੀ ਸਿਰ ਤੋਂ ਝੁੱਲ ਚੁੱਕਿਆ, ਜੇ ਹੁਣ ਨਹੀਂ ਬੋਲਾਂਗੇ ਤਾਂ ਕਦੋਂ ਬੋਲਾਂਗੇ? ਆਪਣੇ ਨਾਲ ਹੋਰ ਵੀ ਔਰਤਾਂ ਜੁੜੀਆਂ ਨੇ, ਤੁਸੀਂ ਕੀ ਕਹਿਣਾ ਚਾਹੋਗੇ ਘਟਨਾ ਨੂੰ ਲੈ ਕੇ ਜਾਂ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਬੋਲਣ ਨੂੰ ਕੁਝ ਰਹਿ ਨਹੀਂ ਗਿਆ, ਕੀ ਬੋਲੀਏ? ਜੇ ਸੁਣਵਾਈ ਨਹੀਂ ਤਾਂ ਬੋਲਣ ਦਾ ਫਾਇਦਾ ਵੀ ਕੋਈ ਨਹੀਂ, ਪਰ ਰਿਹਾ ਵੀ ਨਹੀਂ ਜਾਂਦਾ। ਜੇ ਅਸੀਂ ਇੱਥੇ ਜਿੰਨੀ ਰੱਬ ਨੇ ਦਿੱਤੀ ਉਹ ਕੱਟਣੀ ਤਾਂ ਹੈ, ਉਹ ਇੰਨੇ ਵੀ ਮਰ ਕੇ ਨਹੀਂ ਜੀ ਸਕਦੇ। ਬੱਚੇ, ਤੁਸੀਂ ਛੋਟੇ ਬੱਚੇ ਹੋ, ਇਹੋ ਜਿਹੀਆਂ ਘਟਨਾਵਾਂ ਜਦੋਂ ਸੁਣਦੇ ਹੋ, ਅਖਬਾਰ ਦੇ ਵਿੱਚ ਪੜ੍ਹਦੇ ਹੋ ਜਾਂ ਟੀਵੀ ਤੇ ਸੁਣਦੇ ਹੋ ਵੀ ਰੇਪ ਵਰਗਾ ਸ਼ਬਦ ਇੰਨੀ ਛੋਟੀ ਏਜ ਦੇ ਵਿੱਚ ਸੁਣ ਕੇ ਤੁਹਾਡੀ ਮਾਨਸਿਕਤਾ ਦੇ ਉੱਤੇ ਵੀ ਗਲਤ ਅਸਰ ਕਰ ਸਕਦਾ, ਪਰ ਫਿਰ ਵੀ ਇਹ ਘਟਨਾਵਾਂ ਆਮ ਵਾਪਰ ਰਹੀਆਂ ਨੇ ਤੇ ਇਹ ਵੀ ਹੋ ਰਿਹਾ ਵੀ ਰੇਪਿਸਟਾਂ ਨੂੰ ਛੱਡਿਆ ਵੀ ਜਾ ਰਿਹਾ। ਕੀ ਤੁਹਾਡਾ ਮਨ ਕੀ ਮਹਿਸੂਸ ਕਰਦਾ ਇਸ ਦੇਸ਼ ਬਾਰੇ ਜਾਂ ਘਟਨਾਵਾਂ ਬਾਰੇ? ਇਹ ਗੱਲ ਬੁਰੀ ਤਾਂ ਹੈ ਹੀ ਕਿ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਦੇ ਸੈਂਟੈਂਸ ਤੋਂ ਪਹਿਲਾਂ, ਪਰ ਇਹ ਗੱਲ ਜ਼ਿਆਦਾ ਬੁਰੀ ਆ ਕਿ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਆ ਕਿ ਉਹਨਾਂ ਨੂੰ ਹਾਰ ਪਹਿਨਾਏ ਗਏ ਤੇ ਸਵੀਟਸ ਦਿੱਤੀਆਂ ਗਈਆਂ। ਇਹ ਜ਼ਿਆਦਾ ਬੁਰੀ ਗੱਲ ਲੱਗੀ ਮੈਨੂੰ। ਮਤਲਬ ਜਿਵੇਂ ਇਹਨਾਂ ਨੇ ਦੱਸਿਆ ਸਾਰੀ ਗੱਲ ਤਾਂ ਬੁਰੀ ਹੈ ਹੀ, ਬਟ ਉਹ ਚੀਜ਼ ਸੈਲੀਬ੍ਰੇਟ ਹੋ ਰਹੀ ਆ, ਉਹ ਦਿਖਾਉਂਦਾ ਕਿ ਸਾਡੀ ਕੰਟਰੀ ਹਾਲੇ ਕਿੱਥੇ ਆ ਐਕਚੁਅਲੀ 'ਚ। ਦੁੱਖ ਹੋਇਆ ਹੋਣਾ ਜਦੋਂ ਸੈਲੀਬ੍ਰੇਸ਼ਨ ਹੋ ਰਹੀ ਸੀ, ਉਹਨਾਂ ਦੇ ਹਾਰ ਪਾਏ ਗਏ, ਮੱਥਿਆਂ ਤੇ ਤਿਲਕ ਲਾਏ ਗਏ, ਜਿਹੜੇ ਰੇਪਿਸਟ ਜਦੋਂ ਜੇਲ੍ਹਾਂ 'ਚੋਂ ਬਾਹਰ ਆਏ, ਦੁੱਖ ਤਾਂ ਹੋਇਆ ਹੋਣਾ। ਬਹੁਤ ਦੁੱਖ ਲੱਗਿਆ, ਬਹੁਤ ਬੁਰਾ ਲੱਗਿਆ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਸਟੈਂਡ ਲੈਣਾ ਚਾਹੀਦਾ। ਤੇ ਉੱਥੇ ਲੋਕ ਇਸ ਚੀਜ਼ ਨੂੰ ਮਤਲਬ ਕੀ ਕਹੀਏ, ਉਹ ਲੋਕ ਜਿਹੜੇ ਰਿਹਾ ਹੋਇਆ ਉਹ ਥੈਂਕ ਯੂ ਕਹਿ ਰਿਹਾ ਉਹਨਾਂ ਨੂੰ ਕਿ ਅਸੀਂ ਆਪਣੇ ਪਰਿਵਾਰ ਕੋਲ ਜਾਵਾਂਗੇ, ਬਟ ਉਹ ਆਪਣੇ ਪਰਿਵਾਰ ਕੋਲ ਨਹੀਂ ਜਾ ਰਹੇ, ਉਹ ਪੂਰੇ ਸੁਸਾਇਟੀ 'ਚ ਘੁੰਮਣਗੇ ਤੇ ਉਹ ਸਾਡੇ ਸਾਰਿਆਂ ਲਈ ਥ੍ਰੈਟ ਆ। ਤੇ ਉਹ ਕਿੰਨੀ ਬੁਰੀ ਗੱਲ ਆ ਕਿ ਸਾਰੇ ਹੁਣ ਉਹ ਇੱਦਾਂ ਲਾਈਕ ਨੋਰਮਲ ਪੀਪਲ ਬਾਹਰ ਘੁੰਮ ਰਹੇ ਆ, ਤਾਂ ਬਹੁਤ ਬੁਰਾ ਲੱਗਿਆ। ਬਾਕੀ ਭਾਵੁਕ ਗੱਲ ਆ ਕਿ ਰੇਪਿਸਟਾਂ ਨੂੰ ਬਰੀ ਤਾਂ ਕੀਤਾ ਹੀ ਜਾਂਦਾ, ਸੈਲੀਬ੍ਰੇਟ ਕੀਤਾ ਜਾਂਦਾ, ਬਾਹਰ ਆਉਂਦਿਆਂ ਨੂੰ ਤਿਲਕ ਲਗਾਏ ਜਾਂਦੇ ਆ, ਹਾਰ ਪਾਏ ਜਾਂਦੇ ਆ, ਲੱਡੂ ਵੰਡੇ ਜਾਂਦੇ ਆ। ਇਹ ਸਵਾਲ ਖੜਾ ਹੁੰਦਾ ਵੀ ਕਿਸ ਯੁੱਗ 'ਚ ਜੀ ਰਹੇ ਹਾਂ ਅਸੀਂ। ਇੱਕ ਭੈਣ ਜੀ, ਮੈਂ ਹੋਰ ਪੁੱਛਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਸ ਤਰੀਕੇ ਨਾਲ ਇਹ ਰਿਹਾ ਕੀਤਾ ਗਿਆ ਉਹਨਾਂ ਨੂੰ, ਔਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਇਹ ਇੱਕ ਘਟਨਾ ਨਹੀਂ ਬਲਕਿ ਸਬਾਨੋ ਦੀ ਘਟਨਾ ਇੱਕ ਨਹੀਂ, ਇੱਦਾਂ ਦੀਆਂ ਹੋਰ ਸੈਂਕੜੇ ਘਟਨਾਵਾਂ ਜਦੋਂ 2002 ਦੇ ਦੰਗੇ ਹੁੰਦੇ ਆ ਉਹ ਵਾਪਰੀਆਂ ਨੇ। ਗਰਭਵਤੀ ਔਰਤਾਂ ਦੇ ਪੇਟ ਪਾੜ ਕੇ ਉਹਨਾਂ ਦੇ ਵਿੱਚੋਂ ਬੱਚੇ ਬਾਹਰ ਕੱਢ ਕੇ ਸਾਹਮਣੇ ਅੱਗ 'ਚ ਸਿੱਟੇ ਗਏ ਉਦੋਂ। ਔਰ ਇਹੋ ਜਿਹੀਆਂ ਘਟਨਾਵਾਂ ਫਿਰਕਿਆਂ ਨੂੰ ਲੈ ਕੇ ਹੋ ਰਹੀਆਂ, ਖਾਸ ਤੌਰ 'ਤੇ ਮੁਸਲਮਾਨ ਜਿਹੜਾ ਫਿਰਕਾ ਹੈ ਉਹਦੇ ਖਿਲਾਫ ਜਾਂ ਈਸਾਈਆਂ ਦੇ ਖਿਲਾਫ ਘਟਨਾਵਾਂ ਵਾਪਰੀਆਂ ਨੇ। ਉੜੀਸਾ ਦੇ ਵਿੱਚ ਈਸਾਈ ਪਰਿਵਾਰ ਨੂੰ ਵੀ ਫੂਕਿਆ ਗਿਆ ਸੀ ਤੇ ਇਹ ਦੰਗੇ ਜਿਹੜੇ ਹੋਏ ਹੈਗੇ। ਤੇ ਕੀ ਮਹਿਸੂਸ ਕਰਦੇ ਹੋ? ਦਲਿਤਾਂ ਦੇ ਖਿਲਾਫ ਵੀ ਇਹ ਗੱਲ ਹੋ ਰਹੀ ਹੈ ਵੀ ਇਹ ਹਿੰਦੂਇਜ਼ਮ ਹੈ ਜਾਂ ਹਿੰਦੂ ਕਰ ਰਹੇ ਆ ਜਾਂ ਕੁਝ ਲੋਕ ਸਿਆਸੀ ਹੈ ਜਾਂ ਉਹਨਾਂ ਵੱਲੋਂ ਇਹ ਸਾਰੀ ਚੀਜ਼ ਮੈਨੂਪੂਲੇਟ ਕੀਤੀ ਗਈ? ਦੇਖੋ ਜੀ, ਫਸਟ ਆਫ ਆਲ ਹਿੰਦੂ ਕਲਚਰ ਜਿਹੜਾ ਆ ਇਟਸ ਅ ਵੈਰੀ ਗ੍ਰੇਟ ਕਲਚਰ। ਉਸ ਕਲਚਰ ਦੇ ਵਿੱਚ ਇੱਦਾਂ ਦੀ ਚੀਜ਼ ਦੀ ਜਗ੍ਹਾ ਨਹੀਂ ਆ। ਲੈਟਸ ਅੰਡਰਸਟੈਂਡ, ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਹੜੀ ਕਿ ਪਹਿਲੀ ਬ੍ਰੈਡ ਬਾਸਕਟ ਰਹੀ ਆ ਇਸ ਦੁਨੀਆ ਦੀ। 3500 ਸਾਲ ਦਾ ਇਤਿਹਾਸ ਆ ਹਰੱਪਾ ਤੋਂ ਅਗਰ ਸ਼ੁਰੂ ਹੋ ਜਾਈਏ। ਅਸੀਂ ਲੋਕਾਂ ਨੂੰ ਆਏ ਆ, ਸੈਟਲ ਹੋਏ ਆ, ਸਾਡੇ DNA ਦੇ ਵਿੱਚ ਉਹਨਾਂ ਦਾ DNA ਵਸਦਾ ਆ, ਠੀਕ ਹੈ। ਸੋ ਇਹ ਹਿੰਦੂ ਕਲਚਰ ਦੀ ਗੱਲ ਨਹੀਂ ਆ। ਇਹ ਕੁਝ ਸਿਆਸੀ ਲੋਕ ਜਿਹੜੇ ਕਿ ਹਿੰਦੂ ਨੂੰ ਬਦਨਾਮ ਕਰ ਰਹੇ ਆ, ਹਿੰਦੂ ਕਲਚਰ ਨੂੰ ਬਦਨਾਮ ਕਰ ਰਹੇ, ਬਿਕੋਜ਼ ਇਹ ਕਲਚਰ ਹਿੰਦੂ ਦਾ ਨਹੀਂ ਆ। ਇਹ ਕਲਚਰ ਇੱਕ ਪਾਵਰ ਹੰਗਰੀ ਲੋਕਾਂ ਦਾ ਹੋ ਸਕਦਾ ਹੈ, ਮਗਰ ਇਹ ਇੱਕ ਹਿੰਦੂ ਕਲਚਰ ਨਹੀਂ। ਇਹ ਲੱਗਦਾ ਵੀ ਹਿੰਦੂਆਂ ਨੂੰ ਆਧਾਰ ਬਣਾ ਕੇ, ਕਿਉਂਕਿ ਹਿੰਦੂ ਬਹੁ ਗਿਣਤੀ ਹੈ, ਬਹੁ ਗਿਣਤੀ ਵੋਟ ਨੂੰ ਪ੍ਰਭਾਵਿਤ ਕਰਨ ਲਈ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ। ਇਹ ਰਾਮ ਦੀ ਧਰਤੀ ਆ। ਅਗਰ ਤੁਸੀਂ ਹਿੰਦੂ ਕਲਚਰ ਦੀ ਗੱਲ ਕਰ ਰਹੇ, ਇਹ ਰਾਮ ਦੀ ਧਰਤੀ ਆ ਜਿਹਨੇ ਆਪਣਾ ਪਦ, ਆਪਣਾ ਰਾਜਗੱਦੀ ਸਭ ਕੁਝ ਛੱਡ ਕੇ ਆਪਣੇ ਛੋਟੇ ਭਰਾ ਨੂੰ ਉਹਦੇ ਤੇ ਬਿਠਾਇਆ ਸੀ। ਅਸੀਂ ਉਸ ਕਲਚਰ 'ਚੋਂ ਆ ਰਹੇ ਹਾਂ ਔਰ ਅਸੀਂ ਦੇਖੋ ਅਸੀਂ ਕਿੱਥੇ ਪਹੁੰਚ ਗਏ ਹਾਂ। ਅਸੀਂ ਆਪਣੀਆਂ ਸੀਟਾਂ ਬਚਾਉਣ ਲਈ ਅਸੀਂ ਪੋਲਰਾਈਜ਼ ਕਰ ਰਹੇ ਹਾਂ ਸੋਸਾਇਟੀ ਨੂੰ। ਇਹ ਇੱਕ ਪਾਰਟੀ ਨਹੀਂ ਕਰ ਰਹੀ ਹੈ, ਇਹ ਸਾਰੀਆਂ ਪੋਲੀਟੀਕਲ ਪਾਰਟੀਜ਼ ਆਰ ਪਲੇਇੰਗ ਦ ਸੇਮ ਗੇਮ। ਅਨਫੋਰਚੂਨੇਟਲੀ ਦੇ ਆਰ ਪਲੇਇੰਗ ਦ ਸੇਮ ਗੇਮ। ਪਰ ਜੇ ਦੇਖਿਆ ਜਾਵੇ ਜਿਹੜੀਆਂ ਘਟਨਾਵਾਂ ਹੁਣ ਵਾਪਰੀਆਂ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਵੀ, ਜਾਂ ਹੁਣ ਦਲਿਤਾਂ ਦੇ ਖਿਲਾਫ ਵੀ, ਇਹ ਆਮ ਇੱਕ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੈ ਗੱਲ ਕਿ ਜਿਹੜੇ ਘੱਟ ਗਿਣਤੀ ਆ ਉਹਨਾਂ 'ਤੇ ਨਿਸ਼ਾਨਾ ਲਗਾਇਆ ਜਾ ਰਿਹਾ। ਭਾਜਪਾ ਦੀ ਜਿਹੜੀ ਸੋਚ ਆ ਜਾਂ RSS ਦੀ ਸੋਚ ਕਿਹਾ ਜਾਂਦਾ, ਤੁਹਾਨੂੰ ਵੀ ਲੱਗਦਾ ਵੀ ਇਹ ਵਾਕਈ ਇਸ ਤਰ੍ਹਾਂ ਹੈ? ਮੈਂ ਇਹ ਕਹੂੰਗੀ ਕਿ ਇਸ ਦੇਸ਼ ਦੀ ਪਿਛਲੀ 75 ਇਅਰਸ ਆਫ ਹਿਸਟਰੀ ਇੱਕ ਬਲੱਡੀ ਹਿਸਟਰੀ ਆ।
1947 ਲੈ ਲਓ, 84 ਲੈ ਲਓ, 2002 ਲੈ ਲਓ। ਲੇਟੈਸਟ ਇੱਕ ਬੱਚਾ ਕਠੂਆ ਦੇ ਵਿੱਚ ਉਹਦਾ ਰੇਪ ਕੀਤਾ ਜਾਂਦਾ ਹੈ ਇੱਕ ਮੰਦਿਰ ਦੇ ਵਿੱਚ। ਇਹ ਕੋਈ ਇਹ ਹਿਊਮਨ ਬੀਇੰਗਸ ਦੀ ਨਿਸ਼ਾਨੀ ਨਹੀਂ ਹੈ, ਇਹ ਜਾਨਵਰਾਂ ਦੀ ਨਿਸ਼ਾਨੀ ਆ। ਅਗਰ ਇਹ ਭਾਜਪਾ ਕਰ ਰਹੀ ਆ ਤਾਂ ਉਹਨਾਂ ਨੂੰ ਵੀ ਸ਼ਰਮਨਾਕ। ਅਗਰ 84 ਦੇ ਵਿੱਚ ਕਾਂਗਰਸ ਸੁੱਤੀ ਸੀ, ਤਿੰਨ ਦਿਨਾਂ ਦੇ ਲਈ ਦਿੱਲੀ ਬਰਨ ਹੋਇਆ ਸੀ, ਨਹੀਂ ਉੱਠੇ ਉਸ ਵੇਲੇ, ਉਹਨਾਂ ਤੇ ਵੀ ਇਹ ਥੱਪੜਿਆ। ਤਾਂ ਜਦੋਂ ਸਾਨੂੰ ਆਜ਼ਾਦੀ ਮਿਲੀ ਸੀ ਅਸੀਂ ਕਿੱਦਾਂ ਦੀ ਆਜ਼ਾਦੀ ਲਈ ਸੀ ਉਸ ਵੇਲੇ, ਸੋਚਣ ਵਾਲੀ ਗੱਲ ਆ। ਬਾਕੀ ਇਹਨਾਂ ਨੇ ਵੱਡੀ ਗੱਲ ਕੀਤੀ ਆ ਕਿ ਲੋਕਾਂ ਦੀ ਏਕਤਾ ਜ਼ਰੂਰੀ ਆ। ਲੋਕ ਇੱਕ ਹੋਣਗੇ ਤਾਂ ਦੇਸ਼ ਅੱਗੇ ਵੱਧ ਸਕਦਾ, ਜੇ ਲੋਕ ਇੱਕ ਨਹੀਂ ਹੋਣਗੇ ਤਾਂ ਦੇਸ਼ ਅੱਗੇ ਨਹੀਂ ਵੱਧ ਸਕਦਾ। ਔਰ ਏਕਤਾ ਨੂੰ ਤੋੜਨ ਦੇ ਯਤਨ ਜਿਹੜੇ ਇਸ ਵਕਤ ਸੁਚੇਤ ਰੂਪ 'ਚ ਕੀਤੇ ਜਾ ਰਹੇ ਆ ਤੇ ਇਹਦਾ ਵਿਰੋਧ ਹੋਣਾ ਜ਼ਰੂਰੀ ਹੈ।